ਸਾਂਝਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬੌਬ ਦਸਾਂਝ ਵੱਲੋਂ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਕੁਝ ਮੌਰਗੇਜ ਬਾਰੇ, ਜ਼ਰੂਰੀ ਗੱਲਾਂ। ਸੋ ਮੈਂ ਲਖਵੀਰ ਲਾਲ ਨੂੰ ਬੇਨਤੀ ਕੀਤੀ ਕਿ ਆਓ ਕੁਝ ਗੱਲਬਾਤ ਕਰੀਏ ਮੌਰਗੇਜ ਬਾਰੇ। ਲਖਵੀਰ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਾਪਾ ਜੀ, ਥੈਂਕ ਯੂ ਫॉर ਇਨਵਾਈਟਿੰਗ ਮੀ ਔਨ ਯੋਰ ਸ਼ੋ ਐਂਡ ਟਾਕ ਅਬਾਊਟ ਵੈਰੀ ਹੌਟ ਟੌਪਿਕ ਵਿਚ ਇਜ਼ ਮੌਰਗੇਜ, ਜਿਹੜੀ ਕਿ ਅੱਜ ਸਾਰਿਆਂ ਨੂੰ ਦੇ ਲਈ ਮੁਸੀਬਤ ਦਾ ਕਹਿ ਲਓ ਇੱਕ ਤਰ੍ਹਾਂ ਦਾ ਨਾਂ ਬਣਿਆ ਹੋਇਆ ਹੈ। ਰਾਈਟ, ਜਦੋਂ ਵੀ ਕੋਈ ਮੌਰਗੇਜ ਦੀ ਗੱਲ ਆ ਜਾਂਦੀ ਹੈ ਪਹਿਲਾਂ ਬੰਦਾ ਘਬਰਾਉਣ ਲੱਗ ਜਾਂਦਾ ਵੀ ਉਹ ਮੌਰਗੇਜ ਆ ਗਈ। ਕਿਉਂਕਿ ਹੁੰਦਾ ਕੀ ਯਾਰ, ਦੇਖੋ ਕਈ ਵੀ ਸਮਾਂ ਕਿਹੜੇ ਵੇਲੇ ਬਦਲਦਾ ਕੋਈ ਪਤਾ ਨਹੀਂ ਹੁੰਦਾ, ਬਟ ਉਹਦੇ ਹੱਲ ਹੈਗੇ ਨੇ ਜ਼ਿੰਦਗੀ ਵਿੱਚ। ਮੈਂ ਕਹਿੰਦਾ ਹੁੰਦਾ ਕਿ ਬੰਦੇ ਨੂੰ ਕਿਸੇ ਨੂੰ ਮੁਸ਼ਕਲ ਆਉਂਦੀ, ਯੈਸ, ਵੈਨ ਯੂ ਹੈਵ ਟਫ ਟਾਈਮ, ਉਹ ਟਫ ਟਾਈਮ ਦਾ ਸੋਲੂਸ਼ਨ ਕੋਈ ਨਾ ਕੋਈ ਲੱਭੋ ਤੇ ਤਾਂ ਹੀ ਤੁਸੀਂ ਅੱਗੇ ਜਾ ਸਕਦੇ। ਜੇ ਅਸੀਂ ਉੱਥੇ ਖੜ ਗਏ ਤਾਂ ਫਿਰ ਅੱਗੇ ਸਮਾਂ ਤਾਂ ਵਧੀਆ ਤਾਂ ਆਉਣਾ ਹੀ ਆਉਣਾ, ਹਨਾ, ਫਿਰ ਚੱਲਣਾ ਨਹੀਂ ਕੰਮ। ਉਹੀ ਗੱਲ ਆ ਜਾਂਦੀ ਨਾ, ਪਾਪਾ ਜੀ ਕਹਿੰਦੇ ਹੁੰਦੇ ਨਾ ਪੰਜਾਬੀ 'ਚ ਕਹਾਵਤ ਆ ਵੀ ਗਲ ਪਿਆ ਢੋਲ ਤਾਂ ਵਜਾਉਣਾ ਹੀ ਪੈਣਾ, ਰਾਈਟ। ਸੋ ਹੁਣ ਤੁਸੀਂ ਚਾਹੇ ਰੋ ਕੇ ਵਜਾ ਲਓ, ਚਾਹੇ ਉਹਨੂੰ ਪਿਆਰ ਦੇ ਨਾਲ ਵਜਾ ਲਓ, ਵਜਾਉਣਾ ਤਾਂ ਪੈਣਾ ਹੀ, ਉਹ ਜੋ ਸਿਚੁਏਸ਼ਨ 'ਚੋਂ ਨਿਕਲਣਾ ਤਾਂ ਪੈਣਾ ਹੀ ਆ। ਜਦੋਂ ਤੁਸੀਂ ਕੰਟਰੈਕਟ ਸਾਈਨ ਕਰ ਦਿੱਤਾ ਆ, ਤੁਸੀਂ ਬੈਕਅਪ ਤਾਂ ਹੋ ਹੀ ਨਹੀਂ ਸਕਦੇ ਹੈਗੇ। ਸੋ ਬੈਟਰ ਕਹਿ ਲਓ ਵੀ ਰੋਣ ਰਵਈਏ ਕਰਨ ਦੀ ਬਜਾਏ ਉਹਦਾ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰੋ ਵੀ ਯੈਸ, ਅਸੀਂ ਕਿਸ ਅੱਛੇ ਬ੍ਰੋਕਰ ਦੇ ਕੋਲ ਜਾਂ ਏਜੰਟ ਦੇ ਕੋਲ, ਜਿਹਦੇ ਕੋਲ ਮਰਜ਼ੀ ਬੈਠੋ, ਇਹ ਨਹੀਂ ਕਹਿੰਦੇ ਆਪਾਂ ਆਪਣੇ ਕੋਲ ਆਓ, ਜਿਹਦੇ ਕੋਲ ਵੀ ਬੈਠਣਾ ਤੁਸੀਂ ਇੱਕ ਐਕਸਪੀਰੀਅੰਸ ਪਰਸਨ ਕੋਲ ਬੈਠੋ। ਕਿਉਂਕਿ ਮੈਂ ਖੁਦ ਐਜ਼ ਅ ਲਾਇਸੈਂਸਡ ਮੌਰਗੇਜ ਬ੍ਰੋਕਰ ਹੀ ਹਾਂ ਤੇ ਉਹਦੇ ਵਿੱਚ ਮੈਂ ਲਾਈਕ ਆਈ ਕੈਨ ਬੈਟ ਯੂ ਕਿ ਇੰਨੇ ਅੱਛੇ ਸਟਿਲ ਹਜੇ ਸੋਲੂਸ਼ਨ ਹੈਗੇ ਆ, ਬਟ ਤੁਹਾਨੂੰ ਵਰਕ ਕਰਨਾ ਪੈਂਦਾ ਉਹਦੇ ਲਈ, ਰਾਈਟ। ਪਰ ਜੇ ਆਪਾਂ ਕਹਿੰਦੇ ਆ ਵੀ ਆਪਾਂ ਲੱਖਾਂ 'ਚ ਪ੍ਰੋਫਿਟ ਬਣਾਉਣਾ ਚਾਹੁੰਦੇ ਆ ਤੇ ਆਪਾਂ ਹਜ਼ਾਰਾਂ 'ਚ ਖਰਚਣਾ ਨਹੀਂ ਚਾਹੁੰਦੇ ਹੈਗੇ, ਉਹ ਚੀਜ਼ ਤਾਂ ਨਹੀਂ ਹੋਣੀ ਹੈਗੀ, ਰਾਈਟ। ਸੋਲੂਸ਼ਨ ਮਿਲਣਾ, ਪਰ ਹਾਂ ਜ਼ਰੂਰ ਹੈ ਵੀ ਤੁਹਾਨੂੰ ਕਾਸਟਲੀ ਪਊਗਾ। ਪਰ ਦੂਸਰੇ ਪਾਸੇ ਇਹ ਹੈ ਜੀ, ਅਗਰ ਤੁਸੀਂ ਸੋਲੂਸ਼ਨ ਨਹੀਂ ਕੱਢੋਗੇ you can go into the legal stuff, ਠੀਕ ਹੈ, ਜੋ ਕਿ ਇਹ ਕੰਟਰੀ 'ਚ ਮੇਰੇ ਅਕੋਰਡਿੰਗ ਤਾਂ ਜੀ ਇਟਸ ਨਾਟ ਅ ਨਾਈਸ ਚੋਇਸ ਟੂ ਗੋ। ਕਿਉਂਕਿ ਫਿਰ ਤਾਂ ਜੇ ਅਸੀਂ ਘਰ 'ਚ ਅਸੀਂ ਰਹਿੰਦੇ ਆ, ਉੱਥੇ ਵੀ ਪ੍ਰੋਬਲਮ ਆ ਸਕਦੀ ਹੈ। ਹਾਂਜੀ, ਠੀਕ ਹੈ। ਦੇਖੋ, ਹਰ ਵਿਅਕਤੀ ਚੰਗੇ ਲਈ ਕਰਦਾ। ਜੇ ਕਿਸੇ ਨੇ 2-3 ਸਾਲ ਪਹਿਲਾਂ ਘਰ ਬੁੱਕ ਕਰਾਇਆ, ਚੰਗੇ ਲਈ ਕੀਤਾ ਸੀ, ਮੇਰਾ ਪ੍ਰੋਫਿਟ ਆਏਗਾ, ਠੀਕ ਹੈ। ਯੈਸ, ਤੋ ਜੇ ਹੁਣ ਮਾਰਕੀਟ ਇਹੋ ਜਿਹੀ ਹੋ ਗਈ ਆ ਤੇ ਉਹ ਮਸਲੇ ਦਾ ਹੱਲ ਲੱਭਣਾ, ਤੇ ਫਿਰ ਲਖਵੀਰ ਹੁਣੀ ਉਹਨਾਂ ਲੋਕਾਂ ਦੀ ਮਦਦ ਕਿੱਦਾਂ ਕਰਦੇ ਆ? ਕਿਉਂਕਿ ਪਤਾ ਕੀ ਆ ਭਾਜੀ, ਇਹਦੇ ਵਿੱਚ ਇਹ ਹੈ ਕਿ ਜਦੋਂ ਜਿਹੜਾ ਰੀਅਲ ਸਟੇਟ ਆ ਪਹਿਲਾਂ ਇਹ ਨੈਸੈਸਿਟੀ ਹੁੰਦੀ ਸੀ, ਹੁਣ ਇਹ ਨੈਸੈਸਿਟੀ ਨਹੀਂ ਹੈਗੀ, ਹੁਣ ਇਹ ਬਿਜ਼ਨਸ ਬਣਾ ਲਿੱਤਾ ਗਿਆ ਆ। ਅਗਰ ਇਹ ਬਿਜ਼ਨਸ ਬਣ ਗਿਆ ਤਾਂ ਹੁਣ ਬਿਜ਼ਨਸ ਦੇ ਵਿੱਚ ਤਾਂ ਜੀ ਪ੍ਰੋਫਿਟ ਵੀ ਹੈਗਾ ਤੇ ਲਾਸ ਵੀ ਹੈਗਾ ਆ, ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਹੁਣ ਇਹ 'ਚ ਪ੍ਰੋਫਿਟ ਹੀ ਬਣਾਈਏ, ਰਾਈਟ। ਹੁਣ ਇਹੀ ਮੈਂ ਕਹਿੰਦੀ ਆ ਕਿ ਪਹਿਲਾਂ ਅੰਡਰਸਟੈਂਡ ਕਰਨਾ ਪੈਂਦਾ ਵੀ ਲੈਂਡਰ ਕਿੰਨੇ ਤਰ੍ਹਾਂ ਦੇ ਨੇ। ਹੁਣ ਲੈਂਡਰ ਆਂਦਾ ਜੀ ਏ ਲੈਂਡਰ, ਬੀ, ਸੀ ਐਂਡ ਪਿਓਰ ਪ੍ਰਾਈਵੇਟ। ਏ ਲੈਂਡਰ ਸਭ ਨੂੰ ਪਤਾ ਬੈਂਕਾਂ ਨੇ ਜਿਹੜੀਆਂ ਕਿ ਸਾਰਿਆਂ ਦੀਆਂ ਫੇਵਰੇਟ ਨੇ, ਵੀ ਅਸੀਂ ਤਾਂ ਜਾਣਾ ਹੀ ਬੈਂਕ ਦੇ ਵਿੱਚ ਆ। ਪਰ ਬੈਂਕ ਦੇ ਵਿੱਚ ਕੁਆਲੀਫਿਕੇਸ਼ਨ ਸਟੈਂਡ ਕਰਦੀ ਆ, ਕਿਉਂਕਿ ਇਸ ਟਾਈਮ ਜੀ 720 ਤਾਂ ਆਪਣਾ ਪ੍ਰਾਈਮ ਹੋ ਚੁੱਕਿਆ ਹੈ। ਤੇ ਉਹ ਲਾਈਕ ਕਹਿ ਲਓ ਵੀ ਐਜ਼ ਅ ਨਾਰਮਲ ਪਬਲਿਕ ਨੂੰ ਇਹ ਨਹੀਂ ਪਤਾ ਵੀ 720 ਇਟਸ ਨਾਟ ਦ ਕੁਆਲੀਫਾਈਂਗ ਰੇਟ ਔਨ ਦ ਟਾਪ ਆ ਜੀ। ਦੈਟਸ ਰਾਈਟ। ਸੋ ਉਹਦੇ ਕਰਕੇ ਜੀ ਤੁਹਾਡੀ ਜਿਹੜੀ ਇਨਕਮ ਹੈ, ਇਟਸ ਅ ਹਿਊਜ ਇਨਕਮ, ਵੀ ਨੀਡ ਇਟ। ਸਟ੍ਰੈਸ ਟੈਸਟ ਹੈਗਾ ਜੀ, ਸਟਿਲ ਹੈਗਾ। ਅੱਛਾ, ਹੈਗਾ ਜੀ, ਯਾ, ਉਹਦੇ ਉੱਪਰ ਆਓ, ਇਟਸ ਔਨ ਦ ਟਾਪ, ਦੈਟਸ ਹਾਰਡ, ਇਟਸ ਔਨ ਦ ਟਾਪ। ਤੇ ਹੁਣ ਦੇਖੋ ਜੀ, ਜਿਹਨੇ ਫਿਕਸ ਲੈਣਾ ਉਹਦੇ ਲਈ ਸਟ੍ਰੈਸ ਟੈਸਟ ਡਿਫਰੈਂਟ ਆ, ਜਿਹਨੇ ਵੇਰੀਏਬਲ ਦੀ ਜਾਣਾ ਉਹਦੇ ਲਈ ਕੁਆਲੀਫਿਕੇਸ਼ਨ ਡਿਫਰੈਂਟ ਆ, ਰਾਈਟ। ਸੋ ਇਹ ਆ ਵੀ ਸੋਲੂਸ਼ਨ ਮਿਲਦੇ ਆ। ਹੁਣ ਸੋਲੂਸ਼ਨ ਕਈ ਆਉਂਦੇ ਆ। ਹੁਣ ਜਦੋਂ ਆਪਾਂ ਪ੍ਰਾਈਵੇਟ ਦੀ ਐਗਜ਼ਾਮਪਲ ਲਾ ਲਈ, ਕਿਉਂਕਿ ਹੁਣ ਇਸ ਟਾਈਮ ਪ੍ਰਾਈਵੇਟ ਵੱਲ ਨੂੰ ਬਹੁਤ ਜ਼ਿਆਦਾ ਮੌਰਗੇਜ ਸ਼ਿਫਟ ਹੋ ਰਹੀਆਂ ਨੇਗੀਆਂ, ਤੇ ਪ੍ਰਾਈਵੇਟ ਦੇ ਵਿੱਚ ਵੀ ਭਾਜੀ ਡਿਫਰੈਂਟ ਤਰ੍ਹਾਂ ਦੇ ਪ੍ਰੋਡਕਟਸ ਆ। ਅਗਰ ਮੈਂ ਇੱਕ ਐਗਜ਼ਾਮਪਲ ਦਵਾਂ ਵੀ, ਜੇ ਆਪਾਂ ਕਹਿੰਦੇ ਆ ਵੀ ਕੈਨੇਡਾ ਡੇ ਤੇ ਸੇਲ ਲੱਗੀ ਜੀ, ਬਲੈਕ ਫਰਾਈਡੇ ਤੇ ਸੇਲ ਲੱਗੀ, ਐਦਾਂ ਹੀ ਮੌਰਗੇਜ ਦੇ ਵਿੱਚ ਵੀ ਐਕਸਕਲੂਸਿਵ ਪ੍ਰੋਡਕਟਸ ਹੈਗੇ ਆ। ਇੱਕ ਹੁਣ ਪ੍ਰਾਈਵੇਟ ਲੈਂਡਰ ਆ ਜਿਹੜਾ ਤੁਹਾਨੂੰ 3% ਪਲੱਸ 10% ਤੋਂ 11% ਤੋਂ ਇੰਟਰਸਟ ਦੇ ਰਿਹਾ। ਇੱਕ ਪ੍ਰਾਈਵੇਟ ਲੈਂਡਰ ਆ, ਦੇ ਕੈਨ ਵੇਵ ਆਫ ਦ ਲੈਂਡਰ ਫੀ, ਯੂ ਡੋਨਟ ਨੀਡ ਟੂ ਇਵਨ ਪੇ ਅ $0 ਆਫ ਲੈਂਡਰ ਫੀ। ਤੇ ਉਹਦੇ ਵਿੱਚ ਓਬਵੀਅਸਲੀ ਆ ਤੁਸੀਂ ਕਿਹੜੇ ਵੱਲ ਜਾਓਗੇ, ਜਦ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਪ੍ਰਾਈਵੇਟ ਵੱਲ ਜਾਣਾ, ਦੈਨ ਯੂ ਨੀਡ ਟੂ ਵਰਕ ਔਨ ਯੂਰ ਚੋਇਸਿਸ, ਜਿੱਥੇ ਤੁਹਾਡੇ ਹਜ਼ਾਰਾਂ ਡਾਲਰ ਸੇਵ ਹੋ ਸਕਦੇ ਆ। ਫਿਰ ਆ ਜਾਂਦਾ ਜੀ ਪ੍ਰਾਈਵੇਟ ਦੇ ਵਿੱਚ ਤੁਹਾਡੇ ਕੋਲ ਫਲੈਕਸੀਬਿਲਿਟੀ ਹੁੰਦੀ ਆ। ਫਲੈਕਸੀਬਿਲਿਟੀ ਇਨ ਦਾ ਸੈਂਸ ਵੀ ਤੁਹਾਨੂੰ ਸਾਲ ਉਹਨਾਂ ਨਾਲ ਸਟਕ ਰਹਿਣ ਦੀ ਲੋੜ ਨਹੀਂ ਹੈਗੀ। ਯੂ ਕੈਨ ਡੂ ਦਾ ਫਲੈਕਸੀਬਲ ਪਲਾਨ, ਲਾਈਕ 3 month ਕਲੋਜ਼, ਰੈਸਟ ਇਜ਼ ਓਪਨ, 6 month ਕਲੋਜ਼, ਰੈਸਟ 6 month ਇਜ਼ ਓਪਨ। ਸੋ ਐਟਲੀਸਟ ਤੁਹਾਨੂੰ ਇਹ ਪਤਾ ਵੀ 3 ਮਹੀਨੇ ਬਾਅਦ ਵੀ ਕੈਨ ਵਰਕ ਔਨ ਸਮਥਿੰਗ ਟੂ ਗੈਟ ਆਊਟ ਆਫ ਇਟ। ਕਿਉਂਕਿ ਜਦੋਂ ਆਪਾਂ ਪ੍ਰਾਈਵੇਟ ਦੇ ਵਿੱਚ ਜਾਂਦੇ ਆ, ਵੀ ਮਸਟ ਹੈਵ ਐਗਜ਼ਿਟ ਪਲਾਨ। ਐਗਜ਼ਿਟ ਪਲਾਨ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਵੀ ਵਿਅਕਤੀ ਕੋਈ ਮੌਰਗੇਜ ਜਾਂ ਪ੍ਰਾਈਵੇਟ ਲੈਂਦਾ ਤਾਂ ਉਹਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਬਾਹਰ ਕਿੱਦਾਂ ਨਿਕਲਣਾ, ਬਾਹਰ ਕਿਵੇਂ ਨਿਕਲਦਾ ਜੀ। ਦੇਖੋ ਉਹ ਤਾਂ ਸੋਲੂਸ਼ਨ ਆ ਗਿਆ ਨਾ, ਹਾਂਜੀ, ਉਹ ਤਾਂ ਸੋਲੂਸ਼ਨ ਆ ਗਿਆ। ਹੁਣ ਜੇ ਤੂੰ ਕੋਈ ਬੰਦਾ ਸਾਡੇ ਕੋਲ ਕਲਾਇੰਟ ਆਉਂਦੇ ਆ, ਅਸੀਂ ਉਹਨੂੰ ਸੋਲੂਸ਼ਨ ਦਿੰਦੇ ਆ, ਪਰ ਨਾਲ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਐਜ਼ ਅ ਲਾਇਸੈਂਸ ਪਰਸਨ ਵੀ ਯੈਸ ਭੈਣ ਜੀ ਔਰ ਭਰਾ ਜੀ, ਹੁਣ ਤੁਹਾਨੂੰ ਇਹ ਸੋਲੂਸ਼ਨ ਮਿਲ ਗਿਆ, ਬਟ ਇਹਦੇ ਵਿੱਚੋਂ ਨਿਕਲਣਾ ਵੀ ਤਾਂ ਹੈਗਾ ਨਾ। ਹੁਣ ਇਹੀ ਹੈ ਜੀ, ਇਹ ਡਿਪੈਂਡ ਕਰਦਾ ਵੀ ਦੇਖੋ ਸਾਲ ਲਈ ਆ ਗਏ ਤਾਂ ਆਪਾਂ ਸਾਲ ਲਈ ਸਟਕ ਹੋ ਗਏ, ਤੇ ਇਹੀ ਤੁਸੀਂ ਫਲੈਕਸ ਪਲਾਨ ਲਵੋ ਜੀ, ਵੀ ਤਾਂ ਕਿ 3 ਮਹੀਨੇ ਬਾਅਦ ਤੁਹਾਨੂੰ ਲੱਗੇ ਕਿ ਯੈਸ ਮਾਈਟ ਵੀ ਗੋਨਾ ਵਰਕ ਔਨ ਇਟ। ਹੋ ਸਕਦਾ 3 ਮਹੀਨੇ ਬਾਅਦ ਥੋੜੀ ਸਿਚੁਏਸ਼ਨ ਚੇਂਜ ਹੋ ਜਾਵੇ, ਐਜ਼ ਅ ਸੈਲਫ ਇੰਪਲਾਇਡ ਹੋ ਸਕਦਾ ਤੁਸੀਂ A ਨਾ ਸੀ B ਸਾਈਡ ਤੇ ਕੁਆਲੀਫਾਈ ਕਰ ਜਾਓ, ਬਟ ਯੂ ਨੀਡ ਟੂ ਵਰਕ ਔਨ ਦਾ ਐਗਜ਼ੈਕਟ ਪਲਾਨ।
ਤੇ ਇਸ ਟਾਈਮ ਭਾਜੀ ਜਿਹੜੇ ਪ੍ਰਾਈਵੇਟ ਨੇਗੇ ਨਾ ਉਹ ਪ੍ਰਾਈਵੇਟ ਦੇ ਆਰ ਵੈਰੀ ਸਟ੍ਰਿਕਟ। ਐਗਜ਼ਾਮਪਲ ਦਿੰਨੀ ਹੈ, ਇੱਕ ਕਲਾਇੰਟ ਮੇਰੇ ਪ੍ਰਾਈਵੇਟ ਦੇ ਸੀਗੇ ਕਹ ਲਓ ਗਾਹਕ, ਰਾਈਟ। ਉਹਨਾਂ ਨੂੰ ਮੈਂ ਕਿਹਾ ਭੈਣ ਜੀ ਮੈਨੂੰ ਜੌਬ ਲੈਟਰ ਚਾਹੀਦੀ ਹੈ ਤੁਹਾਡੀ, ਐਂਡ ਵਟ ਸ਼ੀ ਸੈਡ ਟੂ ਮੀ ਕਿ ਨਹੀਂ ਜੌਬ ਲੈਟਰ ਕਾਹਤੇ ਚਾਹੀਦੀ ਹੈ, ਮੈਂ ਤਾਂ ਪ੍ਰਾਈਵੇਟ ਤੇ ਜਾਣਾ, ਜੇ ਪ੍ਰਾਈਵੇਟ ਦੇ ਜੌਬ ਲੈਟਰ ਦੇਣੀਆਂ ਨੇ ਤਾਂ ਫਿਰ ਅਸੀਂ ਕਿਤੇ ਹੋਰ ਨਾ ਚਲੇ ਜਾਈਏ। ਸਾਨੂੰ ਸਿੱਧੀ ਗੱਲ ਸੋ ਮੈਂ ਇਹ ਕਹਿ ਰਹੀ ਹਾਂ ਜੀ ਪ੍ਰਾਈਵੇਟ ਵੀ ਹੁਣ ਬਹੁਤ ਸਟ੍ਰਿਕਟ ਹੋ ਗਿਆ ਭਾਜੀ, ਕਿਉਂਕਿ ਆਪਣਾ ਉਹਨਾਂ ਨੇ ਵੀ ਆਪਣਾ ਸੇਫ ਸਾਈਡ ਦੇਖਣੀ ਹੈ ਨਾ, ਅਫੋਰਡੇਬਿਲਟੀ, ਦੇ ਨੀਡ ਟੂ ਸੀ ਦਾ ਅਫੋਰਡੇਬਿਲਟੀ। ਹੁਣ ਉਹ ਬੰਦਾ ਉਹ ਲੈਂਡਰ ਤੁਹਾਨੂੰ ਕਿਉਂ ਲੈਂਡ ਕਰੂਗਾ ਜਿਹਨੂੰ ਪਤਾ ਵੀ ਅਗਲਾ ਬੰਦਾ ਇੱਕ ਪਹਿਲੀ ਕਿਸ਼ਤ ਜੀ ਡਿੱਗ ਜਾਊਗਾ। ਸੋ ਦੇ ਨੀਡ ਅਫੋਰਡੇਬਿਲਟੀ। ਇਹ ਨਾ ਸੋਚੋ ਵੀ ਮਾਰਕੀਟ ਦੇ ਵਿੱਚ ਪ੍ਰਾਈਵੇਟ ਅੱਜ ਜੀ ਐਂ ਮਿਲ ਜਾਣਾ ਹੈ, ਨੋ, ਦੇ ਨੀਡ ਅਫੋਰਡੇਬਿਲਟੀ, ਦੇ ਨੀਡ ਯੂਅਰ ਡਾਕੂਮੈਂਟ, ਕੈਸ਼ ਫਲੋ, ਵੀ ਜੇ ਅਸੀਂ ਇਹ ਬੰਦੇ ਨੂੰ ਦੇ ਰਹੇ ਹਾਂ ਅਸੀਂ ਆਪਣੇ ਪੈਸੇ ਸਟਕ ਨਹੀਂ ਕਰਾਉਣੇ ਹੈਗੇ। ਹੁਣ ਜਿਹੜੇ ਲੋਕਾਂ ਨੇ ਲਖਵੀਰ ਜੀ 2-3 ਸਾਲ ਪਹਿਲਾਂ ਘਰ ਬੁੱਕ ਕਰਾਇਆ, ਅੱਜ ਕਲੋਜ਼ਿੰਗ ਆ ਗਈ, ਉਹਨਾਂ ਨੂੰ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ? ਪਹਿਲੀ ਗੱਲ ਤਾਂ ਜੀ ਉਹਨਾਂ ਲਈ ਜਿਹੜੇ 2-3 ਸਾਲ ਜਿਨ੍ਹਾਂ ਨੇ ਪਹਿਲਾਂ ਬੁੱਕ ਕਰਾਇਆ ਭਾਜੀ, ਉਹਨਾਂ ਨੂੰ ਮੈਂ ਲਾਈਕ ਟੋਟਲੀ ਸ਼ਾਇਦ ਲਿਸਨਰਸ ਨੂੰ ਡਿਫਰੈਂਟ ਲੱਗੇ ਮੇਰਾ ਕਹਿਣਾ, ਬਟ ਭਾਜੀ ਉਹ ਤਾਂ 2-3 ਸਾਲਾਂ ਵਾਲੇ ਈਵਨ ਬੈਟਰ ਪੋਜੀਸ਼ਨ 'ਚ ਨੇ। ਓਕੇ, ਆਈ ਵਿਲ ਟੈਲ ਯੂ ਹਾਊ। ਇੱਕ ਤਾਂ 2-3 ਸਾਲ ਪਹਿਲਾਂ ਮਾਰਕੀਟ ਹੋਰ ਸੀਗੀ ਜੀ। ਓਕੇ, ਜੇ ਕਹਿ ਲਓ ਵੀ ਐਗਜ਼ਾਮਪਲ ਦੇ ਲਈ ਵੀ ਜੇ ਕਿਸੇ ਨੇ ਕੋਈ ਕੰਡੋਮੀਨੀਅਮ ਪਹਿਲਾਂ 6 ਲੱਖ ਦਾ ਬੁੱਕ ਕਰਾਇਆ ਸੀ, ਅੱਜ ਉਹੀ ਕੰਡੋਮੀਨੀਅਮ 8 ਤੇ 9 ਲੱਖ ਦਾ ਆ। ਓਕੇ, ਸੋ ਉਹਦੀ ਤਾਂ ਅਪਰੇਜ਼ਲ ਵੱਧ ਗਈ ਜੀ, ਠੀਕ ਹੈ ਨਾ। ਹੁਣ ਉਹ ਆ ਕੇ ਕਹਿੰਦਾ ਵੀ ਲਖਵੀਰ ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੇ ਕੋਲ ਕਲੋਜ਼ਿੰਗ ਕਰਾਉਣ ਦੇ ਪੈਸੇ ਨਹੀਂ ਹੈਗੇ। ਵੀ ਹੈਵ ਦੈਟ ਕਾਈਂਡ ਆਫ ਪ੍ਰੋਡਕਟ ਜਿਹੜਾ ਕਿ ਉਹਨੂੰ ਅਪਰੇਜ਼ਲ ਵੈਲਿਊ ਤੇ ਅਸੀਂ ਪੈਸੇ ਦਵਾ ਸਕਦੇ ਹਾਂ। ਸੋ ਕਹਿ ਲਓ ਵੀ ਜਿਹੜੇ ਉਹਨੇ ਦਿੱਤੇ ਹੋਏ ਨੇ ਉਹ ਵੀ ਵਾਪਸ ਆ ਜਾਣੇ ਨੇ, ਐਂਡ ਦੇ ਕੈਨ ਗੋ ਔਨ ਦਾ ਅਪਰੇਜ਼ਲ ਵੈਲਿਊ। ਸੋ ਕਹਿ ਲਓ ਦੇ ਕੈਨ ਟੇਕ ਅ ਐਕੁਇਟੀ ਆਊਟ। ਕਈ ਲੈਂਡਰ ਇਦਾਂ ਦੇ ਨੇ, ਉਹ ਕਹਿੰਦੇ ਨੇ ਵੀ ਅਸੀਂ ਅਪਰੇਜ਼ਲ ਵੈਲਿਊ ਤੇ ਜਾਵਾਂਗੇ, ਬਟ ਵੀ ਕੈਨ ਗਿਵ ਯੂ ਦਾ 100% ਆਫ ਦਾ ਪਰਚੇਜ਼ ਪ੍ਰਾਈਸ। ਓਕੇ, ਸੋ ਜੇ ਹੁਣ 6 ਲੱਖ ਦਾ ਕਿਸੇ ਨੇ ਦਿੱਤਾ, ਜੇ ਉਹਨੇ 60 ਦੇਤਾ, 60 ਵੀ ਵਾਪਸ ਆ ਜਾਣਾ ਉਹਦਾ। ਸੋ ਹੀ ਕੈਨ ਐਲੀਜੀਬਲ ਫॉर 600,000 ਮਾਰਗੇਜ। ਦੈਟਸ ਗੁੱਡ। ਸੋ ਕਹ ਲਓ ਵੀ ਇਦਾਂ ਦੇ ਤੁਸੀਂ ਬੈਠੋਂਦੇ ਆ ਜਦੋਂ ਕਿਸੇ ਐਕਸਪੀਰੀਅੰਸ ਪਰਸਨ ਦੇ ਨਾਲ, ਫਿਰ ਤੁਹਾਡੀ ਕੋਈ ਸੋਲੂਸ਼ਨ ਫਾਈਂਡ ਆਊਟ ਹੁੰਦੀ ਹੈ। 2-3 ਸਾਲ ਪਹਿਲਾਂ ਵਾਲੇ ਵਿਅਕਤੀ ਹਜੇ ਵਧੀਆ ਕੰਡੀਸ਼ਨ 'ਚ ਨੇ। ਵਧੀਆ ਕੰਡੀਸ਼ਨ 'ਚ। ਪ੍ਰੋਬਲਮ ਕਿਹਨਾਂ ਲੋਕਾਂ ਨੂੰ ਆ ਰਹੀ ਹੈ? ਪ੍ਰੋਬਲਮ ਆ ਰਹੀ ਹੈ ਭਾਜੀ, ਜਿਵੇਂ ਹੁਣ ਕਈਆਂ ਨੇ 2500 ਸਕੁਅਰ ਫਿਟ 22 ਲੱਖ ਦਾ ਘਰ ਬੁੱਕ ਕਰਾਇਆ। ਵਾਓ, ਅੱਛਾ। ਹੁਣ ਉਹਦੀ ਤਾਂ ਅਪਰੇਜ਼ਲ ਹੀ ਨਹੀਂ ਹੈਗੀ ਜੀ। ਹੁਣ ਮੇਰੇ ਕਲਾਇੰਟ ਆ, ਉਹਨਾਂ ਨੇ 2600 ਦਾ ਬੁੱਕ ਕਰਵਾਇਆ ਸੀਗਾ, 2600 ਸਕੁਅਰ ਫਿਟ ਬੁੱਕ ਕਰਾਇਆ ਸੀ 2.2 ਦਾ, ਵਿਲੀਅਮ ਇੱਥੇ ਆਪਣੇ ਬ੍ਰੈਂਪਟਨ ਦੇ ਵਿੱਚ ਹੀ। ਅਪਰੇਜ਼ਲ ਆਈ ਜੀ ਉਹਨਾਂ ਦੀ 17.5 ਲੱਖ ਦੀ। ਸੋ ਉਹ ਸ਼ਾਰਟਫਾਲ 5 ਲੱਖ ਦਾ ਫਰਕ। ਹਾਂਜੀ, ਉਹ ਸ਼ਾਰਟਫਾਲ ਦੇ ਉੱਪਰੋਂ ਜੀ ਅਨਦਰ ਘਰ ਸੀ, ਉਹਦੇ ਤੇ ਮਿਲੀਅਨ ਦੀ ਮਾਰਗੇਜ ਸੀਗੀ, ਸੋ ਕੁਆਲੀਫਿਕੇਸ਼ਨ ਕਿਤੇ ਸਟੈਂਡ ਨਹੀਂ ਕਰਦੀ ਸੀ। ਅੱਛਾ, ਤੇ ਇਟਸ ਵੈਰੀ ਕ੍ਰਿਟੀਕਲ ਜੀ, ਤੁਸੀਂ ਕਿੱਥੋਂ ਲੈ ਕੇ ਆਣਾ। ਫਿਰ ਅਨਦਰ ਥਿੰਗ ਕਿ ਜਿਹੜੇ ਲਾਈਕ ਆਲੋ ਐਜ਼ ਅ ਨਾਰਮਲ ਬੋਰੋਵਰਸ ਨੂੰ ਨਹੀਂ ਪਤਾ ਹੈਗਾ, ਮਾਰਗੇਜ ਦੇ ਵਿੱਚ ਸਲਾਈਡਿੰਗ ਸਕੇਲਸ ਆਉਂਦੀਆਂ ਨੇ। ਜੇ ਕੋਈ ਕਹਿੰਦਾ ਮੈਂ 20 ਲੱਖ ਦਾ ਘਰ ਬੁੱਕ ਕਰਾ ਲਿਆ, 2 ਮਿਲੀਅਨ ਦਾ ਕਰਾ ਲਿਆ, 2.2 ਦਾ ਕਰਵਾ ਲਿਆ, ਵੀ ਚਲੋ ਜੀ 20% ਮੇਰੇ ਕੋਲ ਹੈਗਾ, ਆਮ ਹੈਪੀ, ਇਟ ਡਸਨਟ ਸੇ ਕਿ ਤੁਹਾਡਾ 20% ਦੇ ਨਾਲ ਕਲੋਜ਼ ਹੋ ਜਾਏਗਾ। ਓਕੇ, ਗਾਰੰਟੀ ਨਹੀਂ ਹੈ। ਇਟਸ ਅ ਸਲਾਈਡਿੰਗ ਸਕੇਲ। ਹੁਣ ਫॉर ਐਗਜ਼ਾਮਪਲ ਇੱਕ ਬੈਂਕ ਆ, ਉਹਦੀ ਸਲਾਈਡਿੰਗ ਸਕੇਲ ਕਿਵੇਂ ਚੱਲਦੀ ਹੈ ਵੀ 15 ਲੱਖ ਤੱਕ ਦੇ ਕੈਨ ਗਿਵ ਯੂ 80%, ਔਨ ਦਾ ਟਾਪ ਜਿਹੜਾ ਹੈਗਾ ਦੇ ਕੈਨ ਓਨਲੀ ਲੈਂਡ ਯੂ 50%। ਓਕੇ, ਸੋ ਡਾਊਨ ਪੇਮੈਂਟ ਤਾਂ 20% ਤੋਂ ਉੱਤੇ ਹੋਗੀ। ਇਹ ਕਲਾਇੰਟਸ ਨੂੰ ਪਤਾ ਨਹੀਂ ਜੀ, ਐਵਰੀ ਡੇ ਸਿਨੈਰੀਓ ਤੇ ਅਸੀਂ ਇਹਦੇ ਤੇ ਵਰਕ ਕਰਦੇ ਆ। ਕਲਾਇੰਟ ਕਹਿੰਦਾ ਡਾਊਨ ਪੇਮੈਂਟ ਹੋਣੀ ਸੀ 4 ਲੱਖ ਐਗਜ਼ਾਮਪਲ ਤੌਰ ਤੇ, ਹਾਂਜੀ, ਉਨੀ ਤਾਂ ਪ੍ਰਾਈਸ ਹੀ ਘਟ ਗਈ, ਪ੍ਰਾਈਸ ਘਟ ਗਈ ਜੀ। ਇਹ ਤਾਂ ਅਪਰੇਜ਼ਲ ਦਾ ਸਿਨੈਰੀਓ ਪਤਾ ਦੱਸਦੇ ਜੀ, ਚ ਪ੍ਰਾਈਸ ਘਟ ਆ ਗਈ। ਪਰ ਜੇ ਕੋਈ ਕਹਿੰਦਾ ਵੀ ਮੈਂ 20 ਲੱਖ ਦਾ ਘਰ ਬੁੱਕ ਕਰਾਇਆ, ਲਾਈਕ 2 ਮਿਲੀਅਨ ਦਾ ਘਰ ਬੁੱਕ ਕਰਵਾਇਆ, ਤੇ ਜੀ ਮੇਰੇ ਕੋਲ 20% ਹੈਗਾ ਲਖਵੀਰ, ਸੋ ਆਈ ਓਨਲੀ ਨੀਡ 1.8। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਬੈਂਕ ਤੁਹਾਨੂੰ ਇਦਾਂ ਦੇ ਲਏਗਾ। ਇਹ ਜਿਹੜੀਆਂ ਮਾਰਗੇजेस ਆਉਂਦੀਆਂ ਨੂੰ ਬਿਗ ਮਾਰਗੇजेस ਕੰਸੀਡਰ ਕੀਤਾ ਜਾਂਦਾ ਹੈ। ਸੋ ਬਿਗ ਮਾਰਗੇजेस ਦੇ ਵਿੱਚ ਸਲਾਈਡਿੰਗ ਸਕੇਲ ਆ ਜਾਂਦੀ ਹੈ ਜੀ। ਹੁਣ ਬੰਦਾ ਕੋਈ ਵਿਅਕਤੀ ਫਸ ਗਿਆ, ਉਹਨੂੰ ਪਤਾ ਹੀ ਨਹੀਂ, ਕਿਸੇ ਨੂੰ ਇਹ ਪਤਾ ਹੀ ਨਹੀਂ ਹੈਗੀ ਜੀ। ਉਹਦੀ ਹੈਲਪ ਕਿੱਦਾਂ ਕਰਦੇ? ਫਿਰ ਗਲਤ ਇਹ ਆਉਂਦੇ ਆ ਜੀ, ਫੇਰ ਆ ਜਾਂਦੇ ਆ ਲੈਂਡਰਸ। ਇਹਦੇ ਵਿੱਚ ਫਿਰ ਆਉਂਦੇ ਆਪਣੇ ਸੀ ਲੈਂਡਰਸ। ਓਕੇ, ਫਿਰ ਕਈ ਵਾਰੀ ਬੀ ਲੈਂਡਰਸ ਦੇ ਕੋਲ ਤੁਹਾਨੂੰ ਐਕਸੈਪਸ਼ਨ ਮੰਗਣੀ ਪੈਂਦੀ ਆ। ਓਕੇ, ਸੋ ਐਕਸੈਪਸ਼ਨ ਕੇਸ ਤੇ ਆਉਂਦਾ। ਪਰ ਹੁਣ ਉਹ ਐਕਸੈਪਸ਼ਨਾਂ ਕਿੱਥੋਂ ਮਿਲਣੀਆਂ ਨੇ ਭਾਜੀ? ਐਕਸੈਪਸ਼ਨਾਂ ਮਿਲਣੀਆਂ ਨੇ ਤੁਹਾਡੀ ਫਾਈਲ ਤੋਂ, ਕਿ ਤੁਸੀਂ ਕਿੰਨੇ ਸਟਰੋਂਗ ਆ। ਹੁਣ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਭਾਜੀ ਜੰਪ ਕੀਤਾ, ਉਹ ਤਾਂ ਸਟਰੋਂਗ ਹੈ ਹੀ ਨਹੀਂਗੇ। ਹੁਣ ਐਗਜ਼ਾਮਪਲ ਰੀਸੈਂਟਲੀ ਦੱਸ ਦਿੰਦੀ ਹੈ ਕਿ ਮੇਰੇ ਕਲਾਇੰਟ ਨੇ, ਉਹ 2019 ਚ ਆਏ, ਉਹ ਕਹਿੰਦੇ ਸਾਡੇ ਕੋਲ ਚੰਗਾ ਕੈਸ਼ ਫਲੋ ਸੀਗਾ ਇੰਡੀਆ, ਸੋ ਦੇ ਬ੍ਰਿੰਗ ਆਲ ਦਾ ਮਨੀ ਹੇਅਰ। ਆ ਕੇ ਉਹਨਾਂ ਨੇ ਇੱਥੇ ਗਲਫ ਦੇ ਵਿੱਚ ਘਰ ਲੈ ਲਿਆ, ਚਲੋ ਉਦੋਂ ਰੀਜ਼ਨੇਬਲ ਅਮਾਊਂਟ ਤੇ ਘਰ ਲੈ ਲਿਆ। ਕਰੋਨਾ ਵਾਇਰਸ ਦੇ ਵਿੱਚ ਮਾਰਕੀਟ ਬਹੁਤ ਹਾਈ ਸੀਗੀ, ਰੀਫਾਈਨੈਂਸ ਕਰਾ ਲਿਆ ਜੀ ਘਰ, ਰੀਫਾਈਨੈਂਸ ਕਰਾ ਕੇ ਉਹਦੇ ਚੋਂ 3 ਲੱਖ ਕੱਢ ਲਿਆ। ਉਹ 3 ਲੱਖ ਅੱਗੇ ਇੱਥੇ ਬ੍ਰੈਂਪਟਨ ਦੇ ਵਿੱਚ ਇਨਵੈਸਟ ਕਰਤਾ 2.2 ਮਿਲੀਅਨ ਦੇ ਘਰ 'ਚ। ਤੇ ਉਹ ਬੰਦਾ ਕੰਮ ਕੀ ਕਰਦਾ ਜੀ? ਹਸਬੈਂਡ ਵਾਈਫ ਦੇ ਰਿਲੇਸ਼ਨ 'ਚ ਪ੍ਰੋਬਲਮ ਆ ਗਈ ਡਿਊ ਟੂ ਦਿਸ ਫਾਈਨੈਂਸ਼ੀਅਲ ਥਿੰਗ। ਹਸਬੈਂਡ ਇਜ਼ ਆਊਟ ਆਫ ਦਾ ਦਾ ਹਾਊਸ, ਕਿ ਉਹਨਾਂ ਦਾ ਪਰਸਨਲ ਪ੍ਰੋਬਲਮ ਆ ਗਈ, ਰਾਈਟ। ਤੇ ਹੁਣ ਕੁੜੀ ਕੀ ਕੰਮ ਕਰਦੀ ਹੈ ਜੀ? ਕੁੜੀ ਕੰਮ ਕਰਦੀ ਹੈ ਜੀ ਫੈਕਟਰੀ ਦੇ ਵਿੱਚ, ਤੇ ਹਸਬੈਂਡ ਕੀ ਕੰਮ ਕਰਦਾ? ਉਹ ਵੀ ਫੈਕਟਰੀ 'ਚ ਕੰਮ ਕਰਦਾ। ਹੁਣ ਤੁਸੀਂ ਦੇਖੋ, ਫੈਕਟਰੀ 'ਚ ਕੰਮ ਕਰਕੇ 8.5 ਲੱਖ ਦੀ ਪਹਿਲੀ ਮਾਰਗੇਜ ਜੀ 'ਚ ਰਹਿ ਰਹੇ ਆ, 2.2 ਦੀ ਨੈਕਸਟ ਮਾਰਗੇਜ, ਉਹ ਕਵਰ ਕਿੱਥੋਂ ਕਰਨੀ ਆ? ਐਜ਼ ਅ ਫੈਕਟਰੀ ਦੇ ਵਿੱਚ ਕੰਮ ਕਰਦੇ, ਅਫੋਰਡ ਕਿੱਥੋਂ ਕਰਨਾ ਤੁਸੀਂ? ਅਫੋਰਡ ਇਜ਼ ਅ ਵਨ ਥਿੰਗ, getting a mortgage is another thing, and the shortfall of the down payment is another thing. ਤੇ ਘਰ ਹੈਗਾ ਜੀ 2550 ਸਕੁਅਰ ਫਿਟ। ਤੇ ਉਹਦਾ ਕੁਐਸਚਨ ਖੜਾ ਅਪਰੇਜ਼ਲ ਦਾ।
ਐਂਡ ਦੇ ਸੈਡ ਕਿ ਲਖਵੀਰ ਅਸੀਂ ਬਿਲਡਰ ਨੂੰ ਕਰ ਦਿੰਦੇ ਆ, ਪਰ ਉੱਥੇ ਹੀ ਆ ਗਿਆ ਜੀ ਬਿਲਡਰ ਲਾਈਕ ਉਸ ਬਿਲਡਰ ਨੇ ਥੋੜੀ ਸਾਈਨ ਕਰਾਇਆ ਸੀ। ਨਾਲੇ ਇਹ ਵੀ ਹੈ ਨਾ, ਦੇਖੋ ਉਹ ਬਿਲਡਰ ਦੇ ਕੋਲੇ ਘਰ ਛੱਡ ਕੇ ਨਹੀਂ ਸਰਨਾ, ਜਿਹੜਾ ਉਹਦਾ ਲਾਸ ਹੈ ਉਹ ਬਿਲਡਰ ਮਿਲਾ ਦਾ ਸੂਹ ਵਗੈਰਾ ਵੀ ਕਰਦਾ ਹੋਵੇਗਾ। ਹਾਂਜੀ, ਉਹ ਡਿਫਾਲਟ ਜੇ ਚ ਰਹਿੰਦੇ ਉੱਥੇ ਵੀ ਆ ਜਾਣਾ ਡੈਫੀਨਿਟਲੀ ਜੀ। ਸੋ ਹੁਣ ਮਸਲਾ ਇਹ ਆ ਵੀ ਲਖਵੀਰ ਜੀ, ਉਹਨਾਂ ਲੋਕਾਂ ਦੀ ਤੁਸੀਂ ਕਿਸ ਤਰ੍ਹਾਂ ਮਦਦ ਕਰਦੇ? ਮਦਦ ਜ਼ਰੂਰੀ ਇਸ ਟਾਈਮ ਜਿਹੜੀ ਹਰ ਦੇਖੋ ਜੀ, everybody need help। ਦੇਖੋ ਭਾਜੀ, ਜਿਹੜੇ ਇੱਕ ਮਦਦ ਦਾ ਮੈਂ ਇੱਕ ਦੱਸਦੀ ਆ ਜੀ, ਕਹਿੰਦੇ ਹੁੰਦੇ ਨਾ ਇੱਕ ਹੱਦ ਤੱਕ ਆਪਾਂ ਚੀਜ਼ ਨੂੰ ਸਟ੍ਰੈਚ ਕਰ ਸਕਦੇ ਆ, ਠੀਕ ਹੈ। ਹੁਣ ਐਗਜ਼ਾਮਪਲ ਆਂਦੀ ਹੈ ਜੀ, ਦੇਖੋ ਜੀ ਜਿਹੜੀ ਕਲੋਜ਼ਿੰਗ ਕਹੀਏ, ਕਲੋਜ਼ਿੰਗ ਦਿਸ ਵੇ ਔਰ ਦੈਟ ਵੇ ਕਰਕੇ ਹੋ ਜਾਂਦੀ ਹੈ। ਉਹ ਕਿਵੇਂ ਹੋ ਜਾਂਦੀ ਹੈ ਵੀ ਚਲੋ ਤੁਸੀਂ ਫਸਟ ਲੈਂਡਿੰਗ ਲੈਂਦੇ ਹੋ, ਫਸਟ ਮਾਰਗੇਜ ਲੈਂਦੇ ਹੋ, ਸੈਕਿੰਡ ਕਰ ਲੈਂਦੇ ਹੋ, ਥਰਡ ਕਰ ਲੈਂਦੇ ਹੋ, ਪ੍ਰਾਈਵੇਟ ਤੇ ਕਲੋਜ਼ ਹੋ ਜਾਂਦੀ ਆ। ਪਰ ਕੁਐਸਚਨ ਆ ਜਾਂਦਾ ਭਾਜੀ ਅਫੋਰਡੇਬਿਲਟੀ ਦਾ। ਹੁਣ ਜਿਹਦੀ ਪੇਮੈਂਟ 15,000 ਬਣਦੀ ਹੋਵੇ ਪਰ ਮੰਥ ਦੀ, ਤੁਸੀਂ ਉਹ ਅਫੋਰਡੇਬਿਲਟੀ ਹੈ ਹੀ ਨਹੀਂ ਕਿਤੇ ਸਟੈਂਡ ਨਹੀਂ ਕਰਦੀ ਜੀ। ਹੁਣ ਐਜ਼ ਅ ਲਾਇਸੈਂਸਡ ਮਾਰਗੇਜ ਬ੍ਰੋਕਰ ਭਾਜੀ, ਮੇਰਾ ਮਤਲਬ ਇਹ ਨਹੀਂ ਹੈਗਾ ਵੀ ਕਲਾਇੰਟ ਆਇਆ ਫਾਈਲ ਕਲੋਜ਼ ਕੀਤੀ ਡਨ। ਮੇਰਾ ਮਤਲਬ ਆਪਣੇ ਕਲਾਇੰਟ ਦੀ ਰੈਪੂਟੇਸ਼ਨ ਦੇਖਣੀ, ਆਪਣੀ ਰੈਪੂਟੇਸ਼ਨ ਦੇਖਣੀ, ਲੈਂਡਰ ਨੂੰ ਸੇਵ ਕਰਨਾ, ਬਿਕਾਜ਼ ਆਮ ਇਨ ਦਾ ਮਿਡਲ ਪਰਸਨ। ਸੋ ਜੇ ਮੈਨੂੰ ਪਤਾ ਵੀ ਕਲਾਇੰਟ ਅਫੋਰਡ ਹੀ ਨਹੀਂ ਕਰ ਸਕਦਾ ਤੇ ਮੈਂ ਕਲਾਇੰਟ ਨੂੰ ਜੈਪੂਟੀ 'ਚ ਕਿਉਂ ਪਾਉਂਗੀ? ਸੋ ਆਈ ਨੀਡ ਟੂ ਟੈਲ ਦਮ ਅ ਟਰੂਥ ਕਿ ਕੀ ਤੁਸੀਂ 15,000 ਦੀ ਪੇਮੈਂਟ ਅਫੋਰਡ ਕਰ ਲਓਗੇ, ਜੋ ਕਿ ਮੈਨੂੰ ਪਤਾ ਵੀ ਨਹੀਂ ਹੁੰਦੀ ਹੈਗੀ। ਨਹੀਂ ਹੋਣੀ ਹੈ, ਇਟਸ ਹਾਰਡ। ਸੋ ਕਹਿ ਲਓ ਵੀ ਮੋਸਟ ਆਫ ਦੇ, ਅਗਰ ਤੁਸੀਂ ਕਿਸੇ ਲਾਇਰ ਨਾਲ ਭਾਜੀ ਬੈਠੋ, ਜਿਵੇਂ ਹੁਣ ਸਾਡੇ ਕਾਫੀ ਰੈਫਰੈਂਸ ਲੋਕਾਂ ਦਾ ਇੰਨਾ ਫਰਕ ਪੈ ਗਿਆ ਮਾਰਗੇਜ ਪੇਮੈਂਟ ਦਾ। ਇਟਸ ਅ ਹਿਊਜ ਜੀ, ਇਟਸ ਅ ਹਿਊਜ ਪੇਮੈਂਟ। ਇਸ ਟਾਈਮ ਜੀ ਨਾਰਮਲ ਪੇਮੈਂਟ ਤਾਂ $3-4,000 ਤੋਂ ਘੱਟ ਹੈ ਹੀ ਨਹੀਂ ਗੀ। ਮੈਂ ਤਾਂ ਲਖਵੀਰ ਜੀ ਇੱਕ ਦਿਨ ਸੋਚਦਾ ਸੀ ਕਿ ਪਹਿਲਾਂ ਸਰਕਾਰ ਨੇ ਇੰਟਰਸਟ ਰੇਟ ਇੰਨੇ ਘਟਾ ਦਿੱਤੇ, ਪ੍ਰਾਈਸਿਸ ਡਬਲ ਹੋ ਗਈਆਂ ਘਰਾਂ ਦੀਆਂ। ਅੱਛਾ, ਹੁਣ ਇੰਨੇ ਵਧਾ ਦਿੱਤੇ, ਜੇ ਵਧਾ ਦਿੱਤੇ ਆ ਸਟ੍ਰੈਸ ਖਤਮ ਕਰਨਾ ਚਾਹੀਦਾ। ਦੇਖੋ ਜੀ, ਠੀਕ ਹੈ ਨਾ, ਜਦੋਂ ਵਿਅਕਤੀ ਦੇਖੋ ਔਰ ਤੁਸੀਂ 3 ਗੁਣਾ ਇੰਟਰਸਟ ਰੇਟ ਹੋ ਗਿਆ, ਪਲੱਸ ਮਹਿੰਗਾਈ ਇੰਨੀ ਬਾਹਰ, ਐਵਰੀਥਿੰਗ ਐਕਸਪੈਂਸਿਵ। ਯਾ ਅਫੋਰਡੇਬਿਲਟੀ ਦਾ ਜਿਹੜਾ ਵਿਅਕਤੀ ਰੈਂਟ ਜਾਂ ਮਾਰਗੇਜ ਜ਼ਿਆਦਾ ਦੇਊਗਾ ਉਹ ਰੈਂਟ ਵਧਾਈ ਜਾਂਦਾ। ਯੈਸ, ਠੀਕ ਆ। ਹੁਣ ਇਹਨਾਂ ਗੱਲਾਂ ਦੇ ਵਿੱਚੋਂ ਲੰਘਣ ਵਾਸਤੇ ਤੁਸੀਂ ਲੋਕਾਂ ਨੂੰ ਕੋਈ ਪੋਜ਼ਿਟਿਵ ਕਿਵੇਂ ਰਹਿਣਾ, ਆਪਾਂ ਲੋਕਾਂ ਨੂੰ ਜਿਹੜੀ ਕੀ ਸਲਾਹ ਦੇਈਏ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਦੇਖੋ ਜੀ ਬਾਪਾ ਜੀ, ਪਹਿਲਾਂ ਤਾਂ ਮੈਂ ਇਹ ਕਹਾਂਗੀ ਵੀ ਪਹਿਲਾਂ ਜਿਹੜੀ ਮੈਂ ਗੱਲ ਕਹੀ ਆ ਵੀ ਦੇਖੋ, ਜਦੋਂ ਆਪਾਂ ਬਿਨਾਂ ਸੋਚੇ ਸਮਝੇ ਕਈ ਵਾਰੀ ਜੰਪ ਕਰ ਜੰਨੇ ਆ ਕਿਸੇ ਚੀਜ਼ ਦੇ ਵਿੱਚ, ਉਹਦਾ ਜਿਹੜਾ ਇਫੈਕਟ ਹੁੰਦਾ ਉਹ ਤੁਹਾਡੇ ਤੇ ਹੀ ਪੈਣਾ ਹੁੰਦਾ। ਹੁਣ ਜਦ ਪਤਾ ਵੀ ਆਪਾਂ ਇਹ ਚੀਜ਼ ਦੇ ਵਿੱਚ ਆ ਚੁੱਕੇ ਆ, ਜੇ ਤੁਹਾਨੂੰ ਲੱਗਦਾ ਵੀ ਯੈਸ ਤੁਹਾਡੀ ਮਾਰਗੇਜ ਹੁਣ ਡਿਊ ਹੋਣ ਵਾਲੀ ਆ, ਇਹ ਨਾ ਦੇਖੋ ਟਾਈਮ ਤੱਕ ਵੇਟ ਨਾ ਕਰੋ। ਪਹਿਲੀ ਗੱਲ ਤਾਂ ਇਹ ਜੀ, ਜੇ ਤੁਹਾਨੂੰ ਲੱਗਦਾ ਵੀ ਅਗਲੇ ਸਾਲ ਤੱਕ ਤੁਹਾਡੀ ਆ ਰਹੀ ਆ ਕਲੋਜ਼ਿੰਗ, ਜਾਂ 6 ਮਹੀਨੇ ਤੱਕ ਕਲੋਜ਼ਿੰਗ ਆ ਰਹੀ ਆ, ਜਾਂ ਰੀਨਿਊਵਲ ਆ ਰਹੀ ਆ, ਵਟਐਵਰ, ਤੁਹਾਨੂੰ ਰਾਈਟ ਵੇ ਕਿਸੇ ਮਾਰਗੇਜ ਪਰਸਨ ਦੇ ਨਾਲ ਅੱਛੇ ਨਾਲ ਬੈਠਣਾ ਚਾਹੀਦਾ ਜੀ, ਐਕਸਪੀਰੀਅੰਸ ਪਰਸਨ ਨਾਲ। ਕਿਉਂਕਿ ਹੁਣ ਐਗਜ਼ਾਮਪਲ ਲਾ ਲਓ ਕਿਸੇ ਦੀ, ਅਗਲਾ ਕਹਿੰਦਾ ਮੇਰੀ ਜੂਨ ਜੁਲਾਈ 'ਚ ਕਲੋਜ਼ਿੰਗ ਆ ਲਖਵੀਰ, ਸੋ ਵੀ ਹੈਵ ਇਨਫ ਟਾਈਮ। ਉਹ ਇਨਫ ਟਾਈਮ ਦੇ ਵਿੱਚ ਆਪਾਂ ਸਟਰਕਚਰ ਕਰ ਸਕਦੇ ਹਾਂ। ਹੋ ਸਕਦਾ ਕਿ ਬੰਦਾ ਗਲਤ ਤਰੀਕੇ ਨਾਲ ਆਪਣੀ ਇਨਕਮ ਕੱਢ ਰਿਹਾ ਹੋਵੇ ਕਿਸੇ ਸੈਲਫ ਇੰਪਲੋਇਡ 'ਚੋਂ, ਸੋ ਵੀ ਕੈਨ ਗਾਈਡ ਦੈਮ ਵੀ ਨਹੀਂ ਦਿਸ ਔਰ ਦੈਟ ਵੇ ਤੁਸੀਂ ਕਰੋ। ਹੋ ਸਕਦਾ ਕਿਸੇ ਦਾ ਕ੍ਰੈਡਿਟ ਅੱਛਾ ਨਾ ਹੋਵੇ, ਸੋ ਬੰਦਾ ਕਹਿੰਦਾ ਵੀ ਨਹੀਂ ਤੁਸੀਂ ਆਪਣਾ ਕ੍ਰੈਡਿਟ ਇੰਪਰੂਵ ਕਰੋ, ਕਿਉਂਕਿ ਇਹ ਨਹੀਂ ਹੈਗਾ ਜੀ ਇਕੱਲਾ ਕ੍ਰੈਡਿਟ ਸਕੋਰ ਨਹੀਂ ਦੇਖਿਆ ਜਾਂਦਾ, ਕ੍ਰੈਡਿਟ ਦੀ ਰਿਲਾਇਬਿਲਿਟੀ ਵੀ ਦੇਖੀ ਜਾਂਦੀ ਆ। ਹੁਣ ਜੇ ਸਕੋਰ ਕਿਸੇ ਦਾ 800 ਆ ਤੇ ਕ੍ਰੈਡਿਟ ਕਾਰਡ ਹਜੇ ਉਹਨੇ 6 ਮਹੀਨੇ ਪਹਿਲਾਂ ਲਿਆ ਆ, ਹਾਊ ਇਟ ਪੋਸੀਬਲ? ਰਾਈਟ। ਸੋ ਇੱਕ ਬੈਠਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਕਿਤੇ, ਹੁਣ ਕਈ ਕਲਾਇੰਟ ਬਹੁਤ ਅੱਛੇ ਨੇ ਜਿਹੜੇ ਸਮਝਦੇ ਨੇ ਵੀ ਸਾਡੀ ਕੁਆਲੀਫਿਕੇਸ਼ਨ ਲਖਵੀਰ ਕਿਤੇ ਸਟੈਂਡ ਨਹੀਂ ਕਰਦੀ ਹੈਗੀ, ਰਾਈਟ, ਬਟ ਦੇ ਸੈਡ ਕਿ ਅਸੀਂ ਕਿਸੇ ਲਾਈਕ ਐਕਸਪੈਂਸਿਵ ਲੈਂਡਰ ਵੱਲ ਨਹੀਂ ਜਾਣਾ ਹੈਗਾ, ਪਲੀਜ਼ ਫਿਗਰ ਇਟ ਆਊਟ ਦ ਗੁੱਡ ਲੈਂਡਰ। ਕਿਉਂਕਿ ਜਦ ਸਾਨੂੰ ਪਤਾ ਵੀ ਸਾਡੀ ਅਫੋਰਡੇਬਿਲਟੀ ਸਟੈਂਡ ਨਹੀਂ ਕਰਦੀ, ਕਲੋਜ਼ਿੰਗ ਅਸੀਂ ਕਰਾਉਣੀ ਆ। ਸੋ ਕਹ ਲਓ ਵੀ ਕਿਤੇ ਨਾਲ ਜਦੋਂ ਤੁਸੀਂ ਸੈੱਟ ਕਰਦੇ, ਆਪਾਂ ਕਿਤੇ ਨਾ ਕਿਤੇ ਕੋਈ ਸੋਲੂਸ਼ਨ ਕੱਢਦੇ ਆ। ਫਿਰ ਹੋ ਸਕਦਾ ਮੈਂ ਕੋਈ ਸੋਲੂਸ਼ਨ ਇਹ ਜਿਹਾ ਦਵਾਂ ਵੀ ਨਹੀਂ, ਮਾਈਟ ਯੂ ਨੀਡ ਟੂ ਬ੍ਰਿੰਗ ਸਮ ਗਰੰਟਰ, ਮਾਈਟ ਯੂ ਨੀਡ ਟੂ ਬ੍ਰਿੰਗ ਸਮ ਕੋ-ਸਾਈਨਰ, ਸੋ ਯੂ ਨੀਡ ਟੂ ਵਰਕ ਔਨ ਇਟ ਐਜ਼ ਵੈਲ। ਕਹ ਲਓ ਵੀ ਜੇ ਆਪਾਂ ਕੁਝ ਸੇਵ ਕਰਨਾ, ਉਹ ਟਾਈਮ ਵੀ ਕੰਜ਼ਿਊਮ ਕਰਨਾ ਪੈਣਾ। ਸੋ ਕਹ ਲਓ ਵੀ ਡਬਲ ਆਰਡਰ ਨਹੀਂ ਹੈਗਾ ਭਾਜੀ ਟਿਮ ਹੋਟਲ ਵਾਂਗੂ ਵੀ ਡਬਲ ਰੈਡੀ ਕਰ ਦਿਓ, ਰਾਈਟ। ਸੋ ਇਹ ਆ ਵੀ ਤੁਹਾਨੂੰ ਆਪਣੀ ਕਾਰ 'ਚ ਬੈਠ ਕੇ ਆਫਿਸ 'ਚ ਆਉਣਾ ਪੈਣਾ, ਟਾਈਮ ਕੰਜ਼ਿਊਮ ਕਰਨਾ ਪੈਣਾ ਥੋੜਾ ਬਹੁਤਾ, ਸੋ ਵੀ ਕੈਨ ਫਿਗਰ ਆਊਟ ਦ ਸੋਲੂਸ਼ਨ। ਤੇ ਉਹ ਸੋਲੂਸ਼ਨ ਦੇ ਵਿੱਚ ਜੀ ਬੈਨੀਫਿਟ ਕਿਹਨੂੰ ਹੋਣਾ? ਕਲਾਇੰਟ ਨੂੰ ਹੋਣਾ, ਕਿਉਂਕਿ ਦੇ ਨੀਡ ਟੂ ਸੇਵ ਦ $1000s, ਰਾਈਟ। ਸੋ ਕਹ ਲਓ ਵੀ ਇਟਸ ਕ੍ਰਿਟੀਕਲ। ਜੇ ਹੁਣ ਆਪਾਂ ਭਾਜੀ ਕਲਾਇੰਟ ਕਹਿੰਦੇ ਜੀ ਇੰਟਰਸਟ ਵਧਣੇ ਨਹੀਂ ਚਾਹੀਦੇ ਸੀ, ਸੌਰੀ ਘਟਣੇ ਨਹੀਂ ਚਾਹੀਦੇ ਸੀ, ਦਿਸ ਐਂਡ ਦੈਟ, ਇਹ ਤਾਂ ਉਹ ਹੁੰਦਾ ਨਾ, ਕਹਿ ਲਓ ਵੀ ਆਪਣਾ ਮਾਈਂਡ ਸੈਟ ਹੁੰਦਾ ਜੇ ਆਪਾਂ ਕਿਸੇ ਨਾ ਕਿਸੇ ਨੂੰ ਬਲੇਮ ਕਰਨ ਨੂੰ ਫਿਰਦੇ ਹਾਂ। ਹੁਣ ਜੇ ਆਪਾਂ ਕਹੀਏ ਵੀ ਗਵਰਨਮੈਂਟ ਸਾਡੇ ਅਕੋਰਡਿੰਗ ਚੱਲਣ ਲੱਗ ਜਵੇ, ਨਹੀਂ, ਇਟਸ ਹਾਰਡ। ਬਟ ਹਾਂ ਇਹ ਜ਼ਰੂਰ ਆ ਵੀ ਜਿਹੜੀ ਨੈਕਸਟ ਗਵਰਨਮੈਂਟ ਆਣੀ ਆ ਉਹ ਕਿਵੇਂ ਚੂਜ਼ ਕਰਨੀ ਆ, ਉਹ ਕਲਾਇੰਟ ਦਾ ਹੈਗਾ ਜੀ, ਉਹ ਕਲਾਇੰਟ ਦੇ ਹੱਥ 'ਚ ਹੈਗਾ ਕਿ ਤੁਸੀਂ ਕਿਹਨੂੰ ਚਾਹੁੰਦੇ ਹੋ ਹੁਣ ਆਵੇ ਉਹ, ਰਾਈਟ। ਤੇ ਜੇ ਆਪਾਂ ਕਹੀਏ ਜੀ ਨਹੀਂ ਜੀ ਆਹ ਹੋ ਜਵੇ ਉਹ ਹੋ ਜਵੇ, ਹਰੇਕ ਚੀਜ਼ ਤਾਂ ਆਪਣੇ ਮਸਲੇ ਨਾਲ ਤਾਂ ਚਾਹੀਦਾ ਨਾ, ਅੱਜ ਚਾਹੀਦਾ। ਤੇ ਇਸ ਕਰਕੇ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਨਾ, ਟੋਟਲੀ ਵੱਖਰਾ ਸੀਗਾ, ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਤੇ ਹੁਣ ਤੁਹਾਡੇ ਨੂੰ ਕਿਸੇ ਨੇ ਮਿਲਣਾ ਹੋਵੇ ਮਾਰਗੇਜ ਦੇ ਮੁਤਲਕ, ਹਾਂਜੀ, ਤਾਂ ਤੁਹਾਡੇ ਨਾਲ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ? ਮੇਰਾ ਨੰਬਰ ਆ ਭਾਜੀ, ਮੈਂ ਨੰਬਰ ਬੋਲ ਦਿੰਦੀ ਆ, ਨੰਬਰ ਹੈਗਾ ਜੀ 6472737006 ਤੇ 647 273 7006। ਤੇ ਜੇ ਕਿਸੇ ਨੇ ਆ ਕੇ ਮਿਲਣਾ ਜੀ, ਤੁਸੀਂ ਕਾਲ ਕਰਕੇ ਆ ਸਕਦੇ ਆ। ਐਜ਼ ਆਫਿਸ ਇਜ਼ ਔਨ 15 ਗੇਟਵੇ ਬੁਲੇਵਾਰਡ।
ਲਖਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮਚ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਤਿ ਸ਼੍ਰੀ ਭਾਜੀ। ਅਕਾਲ। Okay.